Everyone, welcome to Study Shortcuts. Here study becomes easier. ਤਾਂ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਨਵਾਂ ਨੋਟਿਸ ਜਿਹੜਾ ਕਿ ਰਿਗਾਰਡਿੰਗ ਹੈਗਾ ਟਰਾਂਸਫਰ ਦੀ। ਬਟ ਇਹ ਕਿਹੜੀ ਟਰਾਂਸਫਰ ਦੀ ਰਿਗਾਰਡਿੰਗ ਹੈ ਜੀ? ਇਹ ਰਿਗਾਰਡਿੰਗ ਹੈਗਾ ਨੋਨ ਟੀਚਿੰਗ ਸਟਾਫ ਦੀ ਟਰਾਂਸਫਰ। ਹਾਂਜੀ ਬਿਲਕੁਲ, ਨੋਨ ਟੀਚਿੰਗ ਸਟਾਫ ਦੀ ਜਿਹੜੀ ਟਰਾਂਸਫਰ ਹੈ ਉਹ ਵੀ ਜਿਹੜੀ ਸ਼ੁਰੂ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਦੇਖੀਏ ਕਿ ਇਹਦੇ ਵਿੱਚ ਕਿਹੜੇ ਸਟਾਫ ਨੂੰ ਨੋਨ ਟੀਚਿੰਗ ਸਟਾਫ ਦੇ ਵਿੱਚ ਇਨਕਲੂਡ ਕੀਤਾ ਗਿਆ, ਯਾਨੀ ਕਿ ਕਿਹਨਾਂ ਦੀ ਟਰਾਂਸਫਰ ਦੀ ਇਹਦੇ ਵਿੱਚ ਗੱਲ ਕੀਤੀ ਗਈ ਹੈ। ਤੁਸੀਂ ਇਹਦੇ ਸੈਕਿੰਡ ਪੁਆਇੰਟ ਦੇ ਵਿੱਚ ਦੇਖ ਸਕਦੇ ਹੋ, ਸਾਲ 2021-22 ਦੌਰਾਨ ਜੋ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਹਨ ਨੋਨ ਟੀਚਿੰਗ ਸਟਾਫ, ਸੁਪਰੀਟੈਂਡੈਂਟ, ਸੀਨੀਅਰ ਸਹਾਇਕ, ਜੂਨੀਅਰ ਸਹਾਇਕ, ਕਲਰਕ, SLA ਲਾइब्रेरीਅਨ, ਸਹਾਇਕ ਲਾइब्रेरीਅਨ, ਲਾइब्रेरी ਰਿਸਟੋਰਰ। ਤਾਂ ਇਹ ਜਿਹੜੇ ਹੈਗੇ ਨੇ ਇਹਨਾਂ ਦੀ ਪੋਲਿਸੀ ਅਨੁਸਾਰ ਜਿਹੜੇ ਕਵਰ ਹੁੰਦੇ ਨੇ, ਬਦਲੀ ਕਰਵਾਉਣਾ ਚਾਹੁੰਦੇ ਨੇ, ਉਹ ਆਪਣੇ ਵੇਰਵੇ ਜਿਵੇਂ ਜਨਰਲ ਡਿਟੇਲ, ਸਰਵਿਸ ਰਿਕਾਰਡ 10 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਜਿਹੜਾ ਤੋਂ ਆਪਣਾ ਵੇਰਵਾ ਪੰਜਾਬ ਸਕੂਲ ਪੋਰਟਲ ਤੇ ਆਪਣੇ ਇੰਪਲੋਈ ਲੌਗਇਨ ID ਤੇ ਲੌਗਇਨ ਕਰਕੇ ਭਰ ਸਕਦੇ ਹਨ ਤੇ ਵੇਰਵੇ ਕੇਵਲ ਆਨਲਾਈਨ ਹੀ ਭਰੇ ਜਾ ਸਕਦੇ ਹਨ। ਇਸ ਤੋਂ ਸਭ ਤੋਂ ਪਹਿਲਾਂ ਜਾਂ ਸਾਫ਼-ਸਾਫ਼ ਗੱਲ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜੇ ਇਹ ਨੇਗੇ ਸੁਪਰੀਟੈਂਡੈਂਟ ਹੋ ਗਿਆ, ਸੀਨੀਅਰ ਸਹਾਇਕ, ਜੂਨੀਅਰ ਸਹਾਇਕ, ਕਲਰਕ, SLA ਲਾइब्रेरीਅਨ, ਸਹਾਇਕ ਲਾइब्रेरीਅਨ, ਲਾइब्रेरी ਰਿਸਟੋਰਰ, ਤਾਂ ਇਹਨਾਂ ਦੀ ਜਿਹੜੀ ਬਦਲੀ ਹੋ ਰਹੀ ਹੈ ਜੀ 10 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਉਹਨਾਂ ਨੂੰ ਭਰਨ ਲਈ ਕਿਹਾ ਸਾਰੇ ਵੇਰਵੇ। ਤਾਂ ਇਹਨਾਂ ਸਾਰਿਆਂ ਦੀ ਜਦੋਂ ਬਦਲੀ ਜਿਹੜੀ ਆ ਉਹ ਪੂਰੀ ਹੋ ਜਾਏਗੀ, ਜਿਹੜੇ ਵੀ ਗੇੜ ਦੇ ਵਿੱਚ ਜਿੰਨੇ ਵੀ ਰਾਊਂਡ ਦੇ ਵਿੱਚ ਇਹਨਾਂ ਦੀ ਬਦਲੀ ਕਰਵਾਈ ਜਾਏਗੀ, ਟਰਾਂਸਫਰ ਕਰਵਾਈ ਜਾਏਗੀ, ਜਦੋਂ ਇਹ ਬਦਲੀ ਪੂਰੀ ਹੋਏਗੀ ਤਾਂ ਫਿਰ ਇਹਨਾਂ ਦੀਆਂ ਨਵੀਆਂ ਪੋਸਟਾਂ ਵੀ ਹੁਣ ਜਲਦੀ ਹੀ ਆਊਟ ਹੋਣਗੀਆਂ। ਜਿਵੇਂ ਆਪਾਂ ਨੂੰ ਪਤਾ ਹੈ ਲਾइब्रेरी ਦੀਆਂ ਪੋਸਟਾਂ ਜਿਹੜੀਆਂ ਆਊਟ ਹੋ ਚੁੱਕੀਆਂ ਨੇਗੀਆਂ, ਤਾਂ ਕਲਰਕ ਦੀਆਂ ਪੋਸਟਾਂ, ਜੂਨੀਅਰ ਸਹਾਇਕ, ਸੀਨੀਅਰ ਸਹਾਇਕ ਦੀਆਂ, ਸੁਪਰੀਟੈਂਡੈਂਟ ਦੀਆਂ ਪੋਸਟਾਂ ਵੀ ਜਿਹੜੀਆਂ ਜਲਦੀ ਹੀ ਆਊਟ ਹੋਣਗੀਆਂ, ਕਿਉਂਕਿ ਲਾइब्रेरी ਦੀਆਂ ਆਊਟ ਹੋ ਚੁੱਕੀਆਂ ਨੇ। ਜਿਵੇਂ ਹੀ ਟਰਾਂਸਫਰ ਪੋਲਿਸੀ ਕੰਪਲੀਟ ਹੁੰਦੀ ਹੈ, ਨਵੀਆਂ ਪੋਸਟਾਂ ਵੀ ਹੁਣ ਜਲਦੀ ਇਹਨਾਂ ਦੀ ਅਨਾਊਂਸ ਹੋਏਗੀ। ਬਾਕੀ ਇਹਨਾਂ ਨੇ ਜਿਹੜਾ ਡਾਟਾ ਭਰਨਾ ਉਹ ਭਰਨਾ 10 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ। ਨਾਲ ਹੀ ਇਹਨਾਂ ਨੇ ਦਿੱਤਾ ਕਿ ਆਪਣੀ ਡਿਟੇਲਸ ਜਿਹੜੀਆਂ ਨੇ, ਜਨਰਲ ਡਿਟੇਲਸ, ਸਰਵਿਸ ਡਿਟੇਲ ਭਰ ਕੇ ਉਸ ਤੋਂ ਬਾਅਦ ਅਪਰੂਵ ਡਾਟਾ 'ਤੇ ਕਲਿੱਕ ਕਰ ਦੇਣਾ। ਅਪਰੂਵ ਡਾਟਾ 'ਤੇ ਕਲਿੱਕ ਕਰਨ ਤੋਂ ਪਹਿਲਾਂ ਆਪਣਾ ਸਾਰਾ ਜਿਹੜਾ ਡਾਟਾ ਇੱਕ ਵਾਰ ਚੰਗੀ ਤਰ੍ਹਾਂ ਧਿਆਨ ਨਾਲ ਦੇਖਣਾ ਹੈਗਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਵੱਖ-ਵੱਖ ਜ਼ੋਨਾਂ ਵਿੱਚ ਕੀਤੀ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਕੁੱਲ ਸੇਵਾ ਦੇ ਸਮੇਂ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਜੇਕਰ ਕਿਸੇ ਕਾਰਨ ਅੰਤਰ ਪਾਇਆ ਜਾਂਦਾ ਤਾਂ ਰਿਮਾਰਕ ਜਿਹੜਾ ਤੁਹਾਡਾ ਉਹ ਨਾਲ ਦਿੱਤਾ ਹੋਣਾ ਚਾਹੀਦਾ। ਅਪਰੂਵ ਡਾਟਾ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਅੰਤਿਮ ਮਿਤੀ 17/4/2021 ਤੱਕ ਡਾਟਾ ਐਡੀਟਿੰਗ ਜਿੰਨੀ ਵਾਰ ਮਰਜ਼ੀ ਕੀਤੀ ਜਾ ਸਕਦੀ ਹੈ, ਪਰੰਤੂ ਅੰਤਿਮ ਮਿਤੀ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ। ਬਿਲਕੁਲ 17 ਅਪ੍ਰੈਲ ਤੱਕ ਕੀਤੀ ਜਾ ਸਕਦੀ ਜੀ, 17 ਅਪ੍ਰੈਲ ਤੋਂ ਬਾਅਦ ਕੋਈ ਚੇਂਜ ਨਹੀਂ ਕੀਤੀ ਜਾ ਸਕਦੀ ਹੈਗੀ। ਲਾਈਕ ਤੁਸੀਂ ਮੰਨ ਲਓ 12 ਅਪ੍ਰੈਲ ਨੂੰ ਤੁਸੀਂ ਕੋਈ ਡਾਟਾ ਭਰਦੇ ਹੋ ਅਤੇ ਅਪਰੂਵ ਡਾਟਾ ਕਰ ਦਿੰਦੇ ਹੋ, ਲੇਕਿਨ ਉਸ ਤੋਂ ਬਾਅਦ ਹਲੇ ਲਾਸਟ ਡੇਟ 17 ਅਪ੍ਰੈਲ ਪਈ ਹੈ, ਤਾਂ ਤੁਸੀਂ ਬਾਅਦ ਦੇ ਵਿੱਚ ਦੁਬਾਰਾ ਆਪਣਾ ਜਿਹੜਾ ਡਾਟਾ ਹੈ ਉਹ ਚੇਂਜ ਕਰ ਸਕਦੇ ਹੋ ਅਤੇ ਦੁਬਾਰਾ ਅਪਰੂਵ ਡਾਟਾ ਕਰ ਸਕਦੇ ਹੋ 17 ਤੱਕ, ਲੇਕਿਨ 17 ਤੋਂ ਬਾਅਦ ਕੋਈ ਵੀ ਚੇਂਜ ਨਹੀਂ ਕਰ ਸਕਦੇ। ਹਾਂਜੀ, ਨਾਲ ਹੀ ਉਹਨਾਂ ਨੇ ਬਸ ਕੁਝ ਪੁਆਇੰਟਸ ਇਹ ਦਿੱਤੇ ਕਿ ਜਿਹੜੇ ਡਾਟੇ ਹੈਗੇ ਗਲਤ ਜਾਂ ਅਧੂਰੇ ਹੋਣਗੇ ਤਾਂ ਉਹਨਾਂ ਨੂੰ ਵਿਚਾਰਿਆ ਨਹੀਂ ਜਾਏਗਾ। ਜਿਨ੍ਹਾਂ ਦਾ 3 ਸਾਲ ਪ੍ਰੋਬੇਸ਼ਨਰੀ ਪੀਰੀਅਡ ਪੂਰਾ ਨਹੀਂ ਹੋਇਆ ਉਹਨਾਂ ਨੂੰ ਵੀ ਵਿਚਾਰਿਆ ਨਹੀਂ ਜਾਏਗਾ। ਨਾਲ ਹੀ ਸਪੈਸ਼ਲ ਕੈਟੇਗਰੀ ਵਾਲੇ ਜਿਹੜੇ ਦਰਖਾਸਤਾਂ ਹੋਣਗੀਆਂ ਉਹਨਾਂ ਨਾਲ ਆਪਣੇ ਦਸਤਾਵੇਜ਼ ਜਿਹੜੇ ਆ ਉਹ ਸੰਬੰਧਿਤ ਦਸਤਾਵੇਜ਼ ਉਹ ਜ਼ਰੂਰ ਨਾਲ ਨੱਥੀ ਕੀਤੇ ਹੋਣੇ ਚਾਹੀਦੇ ਨੇ। ਅਤੇ ਜਿਹੜੇ ਬਦਲੀਆਂ ਨੇਗੀਆਂ ਉਹ ਵੱਖ-ਵੱਖ ਗੇੜਾਂ ਦੇ ਵਿੱਚ ਬਦਲੀਆਂ ਜਿਹੜੀਆਂ ਨੇ ਉਹ ਮਤਲਬ ਇੱਕ ਵਾਰ ਤੁਹਾਡੇ ਤੋਂ ਡਾਟਾ ਭਰਵਾ ਲੈਣਗੇ, ਦੈਨ ਉਸ ਤੋਂ ਬਾਅਦ ਕਈ ਰਾਊਂਡ ਦੇ ਵਿੱਚ ਬਦਲੀ ਹੋ ਜਾਏਗੀ। ਬਾਰ-ਬਾਰ ਡਾਟਾ ਤੁਹਾਡੇ ਤੋਂ ਨਹੀਂ ਭਰਵਾਇਆ ਜਾਏਗਾ। ਡਾਟਾ ਭਰਨ ਦੀ ਜਿਹੜੀ ਟਾਈਮ ਹੈ ਉਹ 10 ਅਪ੍ਰੈਲ ਤੋਂ 17 ਅਪ੍ਰੈਲ ਹੈ। ਇਸ ਉਪਰੰਤ ਕੋਈ ਦਰਖਾਸਤ ਨਹੀਂ ਲਈ ਜਾਵੇਗੀ ਅਤੇ ਡਾਟਾ ਅਤੇ ਸਟੇਸ਼ਨ ਚੁਆਇਸ ਦੇ ਆਧਾਰ 'ਤੇ ਹੀ ਵੱਖ-ਵੱਖ ਗੇੜ ਦੀਆਂ ਬਦਲੀਆਂ ਪੋਲਿਸੀ ਅਨੁਸਾਰ ਕੀਤੀਆਂ ਜਾਣਗੀਆਂ। ਸਟੇਸ਼ਨ ਚੁਆਇਸ ਕਰਨ ਲਈ ਵੱਖਰੇ ਤੌਰ 'ਤੇ ਜਨਤਕ ਸੂਚਨਾ ਜਾਰੀ ਕੀਤੀ ਜਾਏਗੀ। ਜਿਹੜੇ ਵੀ ਸਟੇਸ਼ਨ ਜਿਹੜੇ ਹੈ ਸਪਸ਼ਟ ਕੀਤਾ ਜਾਂਦਾ ਕਿ ਬਦਲੀ ਲਈ ਸਟੇਸ਼ਨ ਚੁਆਇਸ ਕੇਵਲ ਉਹਨਾਂ ਦਰਖਾਸਤਕਰਤਾਵਾਂ ਤੋਂ ਲਈ ਜਾਵੇਗੀ ਜਿਨ੍ਹਾਂ ਦੇ ਵੇਰਵੇ ਸਹੀ ਪਾਏ ਜਾਣਗੇ। ਅਤੇ ਨਾਲ ਹੀ ਉਹਨਾਂ ਨੇ ਇੱਥੇ ਕੋਈ ਇੰਪੋਰਟੈਂਟ ਪੁਆਇੰਟ ਦਿੱਤਾ ਹੈ ਕਿ ਜੋ ਨੋਨ ਟੀਚਿੰਗ ਸਟਾਫ ਦੀ ਬਦਲੀਆਂ ਲਈ ਪੋਲਿਸੀ ਦਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਇਸ ਲਈ ਪਿਛਲੇ ਸਮੇਂ ਦੌਰਾਨ ਨੋਨ ਟੀਚਿੰਗ ਸਟਾਫ ਦੀਆਂ ਜੋ ਬੇਨਤੀਆਂ ਇਸ ਦਫ਼ਤਰ ਨੂੰ ਪ੍ਰਾਪਤ ਹੋਈਆਂ ਹਨ ਅਤੇ ਲੰਮਿਤ ਅਵਸਥਾ ਵਿੱਚ ਹਨ, ਉਹ ਸਾਰੀਆਂ ਬੇਨਤੀਆਂ ਦਾਖਲ ਦਫ਼ਤਰ ਕੀਤੀਆਂ ਜਾਂਦੀਆਂ ਹਨ। ਫਿਰ ਵੀ ਤੁਹਾਨੂੰ ਆਨਲਾਈਨ ਬੇਨਤੀ ਭਰਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਜ਼ਿਲ੍ਹਾ ਜਿਹੜਾ ਹੈ MIS ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹੋ ਅਤੇ ਉਹਨਾਂ ਦੀ ਫੋਨ ਨੰਬਰ ਦੀ ਸੂਚੀ ਪੰਜਾਬ ਸਕੂਲ ਪੋਰਟਲ 'ਤੇ ਉਪਲਬਧ ਕਰ ਦਿੱਤੀ ਹੈ। ਇਹ ਤਾਂ ਹੈਗਾ ਜੀ ਨੋਟਿਸ, ਜਿਹਦੇ ਵਿੱਚ ਆਪਾਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਇਹਦੇ ਵਿੱਚ ਇਹ ਇਨਫੋਰਮੇਸ਼ਨ ਨਿਕਲ ਕੇ ਆਈ ਹੈ ਕਿ ਜਿਹੜੀਆਂ ਸੁਪਰੀਟੈਂਡੈਂਟ ਸਹਾਇਕ, ਸੀਨੀਅਰ ਸਹਾਇਕ ਦੀਆਂ ਜਿਹੜੀਆਂ ਪੋਸਟਾਂ ਨੇ, ਕਲਰਕ ਦੀਆਂ ਪੋਸਟਾਂ ਨੇਗੀਆਂ ਜੀ, ਹੁਣ ਉਹ ਜਲਦੀ ਹੀ ਆਊਟ ਹੋਣਗੀਆਂ ਕਿਉਂਕਿ ਉਹਨਾਂ ਦੀ ਟਰਾਂਸਫਰ ਜਿਹੜੀ ਆ ਉਹ ਪੋਲਿਸੀ ਸਟਾਰਟ ਹੋ ਚੁੱਕੀ ਹੈ। ਜਿਵੇਂ ਇੱਧਰ ਟਰਾਂਸਫਰ ਹੋ ਕੇ ਪੋਸਟ ਵੇਕੈਂਟ ਹੁੰਦੀਆਂ ਨੇ ਤਾਂ ਨਵੀਆਂ ਪੋਸਟਾਂ ਵੀ ਜਲਦੀ ਹੀ ਭਰੀਆਂ ਜਾਣਗੀਆਂ। ਬਾਕੀ ਨੋਨ ਟੀਚਿੰਗ ਸਟਾਫ ਦੀ ਜਿਹੜੀ ਭਰਤੀ ਬਦਲੀ ਹੈਗੀ ਹੈ ਉਹ ਕਿਹੜੇ ਉਹਦੀ ਪੋਲਿਸੀ ਕੀ ਹੈ, ਕਿਵੇਂ ਸਾਰੀ ਭਰਤੀ ਹੁੰਦੀ ਹੈ, ਕਿਵੇਂ ਬਦਲੀ ਹੁੰਦੀ ਹੈ, ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈਗਾ ਉਹਨਾਂ ਨੇ ਸੈਕਿੰਡ ਨੰਬਰ ਤੇ ਟਰਾਂਸਫਰ ਪੋਲਿਸੀ ਆਫ ਨੋਨ ਟੀਚਿੰਗ ਸਟਾਫ, ਇਹ ਪੂਰੀ ਪੋਲਿਸੀ ਇਹਨਾਂ ਨੇ ਦਿੱਤੀ ਹੈ 2020 ਦੀ ਕਿ ਪੂਰੀ ਟਰਾਂਸਫਰ ਪੋਲਿਸੀ ਕਿਸ ਤਰ੍ਹਾਂ ਹੋਏਗੀ, ਕਿਸ ਤਰ੍ਹਾਂ ਮਾਰਕਸ ਦਿੱਤੇ ਜਾਣਗੇ, ਨੋਨ ਟੀਚਿੰਗ ਸਟਾਫ ਦੀ ਕੀ ਰੂਲਸ ਹੈਗੀਆਂ ਟਰਾਂਸਫਰ ਦੇ, ਸਾਰੇ ਇਹਦੇ ਰਿਗਾਰਡਿੰਗ ਜਿਹੜਾ ਨੋਟਿਸ ਇੱਥੇ ਜਾਰੀ ਕੀਤਾ ਗਿਆ। ਤੇ ਇਹ ਸੀਗਾ ਜੀ ਨੋਟਿਸ ਨੋਨ ਟੀਚਿੰਗ ਸਟਾਫ ਦਾ। ਪਹਿਲੇ ਜਿਹੜੀ ਟਰਾਂਸਫਰ ਉਹ ਜਲਦੀ ਹੋਏਗੀ ਤੇ ਨਾਲ ਹੀ ਫਿਰ ਜਲਦੀਆਂ ਪੋਸਟਾਂ ਹੁਣ ਜਲਦੀ ਅਨਾਊਂਸ ਹੋਣਗੀਆਂ। ਕਲਰਕ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਆਪਾਂ ਨੂੰ ਪਤਾ ਜੀ ਟੋਟਲ ਜਿਹੜੀਆਂ ਪੋਸਟਾਂ ਨੇਗੀਆਂ ਉਹ
ਟੋਟਲ ਜਿਹੜੀਆਂ ਨਵੀਆਂ ਪੋਸਟਾਂ ਆਉਣੀਆਂ ਨੇ ਉਹ ਆਉਣੀਆਂ ਨੇ ਜੀ 8184 ਪੋਸਟ, ਤੇ ਉਹਦੇ ਵਿੱਚੋਂ ਹੀ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਦੀਆਂ ਪੋਸਟਾਂ ਹੈਗੀਆਂ ਜੀ, ਜਿਹਦੇ ਵਿੱਚ ਆਪਾਂ ਨੂੰ ਪਤਾ ਜੀ ਲਾਇਬ੍ਰੇਰੀਅਨ ਦੇ 750 ਪੋਸਟਾਂ ਜਿਹੜੀਆਂ ਆਊਟ ਹੋ ਚੁੱਕੀਆਂ। ਬਾਕੀ ਕਲਰਕ ਵਗੈਰਾ ਦੀਆਂ, ਸੁਪਰੀਡੈਂਡੈਂਟ ਦੀਆਂ, ਸਹਾਇਕ, ਜੂਨੀਅਰ ਸਹਾਇਕ, ਸੀਨੀਅਰ ਸਹਾਇਕ ਦੀਆਂ ਪੋਸਟਾਂ ਜਿਹੜੀਆਂ ਜਲਦੀ ਆਊਟ ਹੋਣਗੀਆਂ। ਇਸ ਤੋਂ ਇਲਾਵਾ ਆਪਾਂ ਗੱਲ ਕਰ ਲਈ ਈਟੀਟੀ ਤੇ ਮਾਸਟਰ ਕੈਡਰ ਦੀਆਂ। ਹੁਣ ਈਟੀਟੀ ਤੇ ਮਾਸਟਰ ਕੈਡਰ ਦੀਆਂ ਪੋਸਟਾਂ ਵੀ ਜਲਦੀ ਹੀ ਆਊਟ ਹੋਣਗੀਆਂ। ਦੇਖੋ ਟੋਟਲ ਮੈਂ ਤੁਹਾਨੂੰ ਦੱਸ ਦੇ ਰਹੀ ਹਾਂ 8184 ਪੋਸਟਾਂ ਨੇ, ਤੇ ਇਹਦੇ ਵਿੱਚੋਂ ਜਿਹੜੀਆਂ ਪੋਸਟਾਂ ਬਾਕੀ ਸਾਰੀਆਂ ਆਊਟ ਹੋਣੀਆਂ ਨੇ। ਜਿਵੇਂ ਆਪਾਂ ਨੂੰ ਪਤਾ ਹੈ ਮੈਥ ਦੀਆਂ, ਸਾਇੰਸ ਦੀਆਂ, ਇੰਗਲਿਸ਼ ਦੀਆਂ, ਬੈਕਲੌਗ ਦੀਆਂ ਪੋਸਟਾਂ ਵੀ ਜਿਹੜੀਆਂ ਆਊਟ ਹੋਈਆਂ ਨੇ। ਲੈਕਚਰਰ ਦੀਆਂ 352 ਪਲੱਸ 191 ਪੋਸਟ ਆਊਟ ਹੋਈਆਂ ਨੇ। ਤਾਂ ਹੁਣ ਜਿਹੜੀ ਮਾਸਟਰ ਕੈਡਰ ਦੇ ਵਿੱਚ ਸਬਜੈਕਟ ਰਹਿ ਗਏ ਲਾਈਕ ਪੰਜਾਬੀ, ਐਸਐਸ ਔਰ ਹਿੰਦੀ, ਇਹਨਾਂ ਦੀ ਪੋਸਟਾਂ ਵੀ ਜਲਦੀ ਆਊਟ ਹੋਣਗੀਆਂ। ਇਹ ਨਹੀਂ ਹੈ ਕਿ ਇਹਨਾਂ ਦੀ ਪੋਸਟ ਆਊਟ ਨਹੀਂ ਹੋਣਗੀਆਂ, ਇਹਨਾਂ ਦੀਆਂ ਵੀ ਪੋਸਟਾਂ ਆਉਣਗੀਆਂ। ਬਾਕੀ ਕਿੰਨੀਆਂ ਆਉਂਦੀਆਂ ਨੇ 8184 ਚੋਂ, ਉਹ ਜਿਹੜਾ ਓਫੀਸ਼ੀਅਲ ਨੋਟੀਫਿਕੇਸ਼ਨ ਆਈ ਤੀ ਪਤਾ ਚੱਲੇਗਾ, ਲੇਕਿਨ ਹਾਂ ਪੋਸਟਾਂ ਆਉਣਗੀਆਂ ਜ਼ਰੂਰ। ਇਸੇ ਤਰ੍ਹਾਂ ਈਟੀਟੀ ਦੀਆਂ ਪੋਸਟਾਂ ਵੀ ਜ਼ਰੂਰ ਆਉਣਗੀਆਂ ਜੀ। ਉਹਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ 1700 ਦੇ ਕਰੀਬ ਜਿਹੜੀਆਂ ਈਟੀਟੀ ਦੀਆਂ ਪੋਸਟਾਂ ਜਿਹੜੀਆਂ ਉਹ ਆਉਣਗੀਆਂ। ਓਫੀਸ਼ੀਅਲੀ ਤਾਂ ਹਲੇ ਨਹੀਂ ਹੈ ਕੋਈ ਵੀ ਇਨਫੋਰਮੇਸ਼ਨ, ਲੇਕਿਨ ਹਾਂ ਜਿਵੇਂ ਕਿਹਾ ਜਾ ਰਿਹਾ ਕਿ 1700 ਦੇ ਕਰੀਬ ਜਿਹੜੀਆਂ ਪੋਸਟ ਹੈ ਉਹ ਜਲਦੀ ਆਉਣਗੀਆਂ ਈਟੀਟੀ ਦੀਆਂ ਵੀ। ਇਸ ਤੋਂ ਇਲਾਵਾ ਵੋਕੇਸ਼ਨਲ ਜਿਹੜੇ ਹੈਗੇ, ਵੋਕੇਸ਼ਨਲ ਸਬਜੈਕਟ, ਉਹਨਾਂ ਦੇ ਵੀ ਜਿਹੜੀਆਂ ਪੋਸਟਾਂ ਜਲਦੀ ਆਊਟ ਹੋਣਗੀਆਂ। ਉਹਦੀਆਂ ਵੀ ਪੋਸਟਾਂ ਕਰੀਬਨ 2000 ਦੇ ਆਸ-ਪਾਸ ਜਿਹੜੀ ਉਹਦੀ ਪੋਸਟ ਆਊਟ ਹੋਏਗੀ। ਆਰਟ ਐਂਡ ਕਰਾਫਟ ਦੀ ਅਗਰ ਆਪਾਂ ਗੱਲ ਕਰ ਲਈਏ, ਆਰਟ ਐਂਡ ਕਰਾਫਟ ਦੇ ਕੈਂਡੀਡੇਟਸ ਵੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਕਿ ਕਦੋਂ ਪੋਸਟਾਂ ਜਿਹੜੀਆਂ ਆਊਟ ਹੋਣਗੀਆਂ। ਤਾਂ ਆਰਟ ਐਂਡ ਕਰਾਫਟ ਦੀਆਂ ਵੀ 1700 ਦੇ ਕਰੀਬਨ ਜਿਹੜੀਆਂ ਪੋਸਟਾਂ ਨੇ ਉਹ ਆਊਟ ਹੋਣਗੀਆਂ। ਬਾਕੀ ਓਫੀਸ਼ੀਅਲ ਨੋਟੀਫਿਕੇਸ਼ਨ ਹਾਲੇ ਕਿਸੇ ਦਾ ਨਹੀਂ ਆਇਆ ਹੈਗਾ। ਜਿਸ ਤਰ੍ਹਾਂ ਵੀ ਇਨਫੋਰਮੇਸ਼ਨ ਮਿਲਦੀ ਹੈਗੀ ਭਰੋਸੇਯੋਗ ਸੂਤਰਾਂ ਤੋਂ, ਆਪਾਂ ਤੁਹਾਨੂੰ ਦੱਸਦੇ ਹਾਂ। ਬਾਕੀ ਕਿੰਨੀਆਂ ਆਉਂਦੀਆਂ ਨੇ ਓਫੀਸ਼ੀਅਲ ਨੋਟੀਫਿਕੇਸ਼ਨ 'ਤੇ ਆਈ ਤੀ ਪਤਾ ਚੱਲੇਗਾ। ਪਰ ਹਾਂ ਸਾਰੀਆਂ ਜਿਹੜੀਆਂ ਪੋਸਟ ਨੇ ਉਹ ਜਲਦੀ ਹੀ ਹੁਣ ਸਰਕਾਰ ਜਿਹੜੀ ਆਊਟ ਕਰਨ ਲੱਗੀ ਹੋਈ ਹੈ। ਟਰਾਂਸਫਰ ਪੋਲਿਸੀ ਇੱਕ ਵਾਰ ਕੰਪਲੀਟ ਕਰ ਲਵੇ, ਜਿੱਥੇ ਜਿੱਥੇ ਟਰਾਂਸਫਰ ਹੋ ਕੇ ਵੇਕੈਂਟ ਰਹਿੰਦੀਆਂ ਨੇ ਪੋਸਟਾਂ, ਬਟ ਫਿਰ ਉਹ ਨਾਲ ਦੀ ਨਾਲ ਹੀ ਬਸ ਜਿਹੜੀਆਂ ਨਵੀਆਂ ਪੋਸਟਾਂ ਨੇ ਆਊਟ ਹੋਣਗੀਆਂ। ਉਸ ਤੋਂ ਬਾਅਦ ਸਟੇਸ਼ਨ ਚੋਇਸ ਦੀ ਅਗਰ ਆਪਾਂ ਗੱਲ ਕਰ ਲਈਏ, ਮਾਸਟਰ ਕੈਡਰ ਦੇ ਸਟੇਸ਼ਨ ਚੋਇਸ ਦੀ ਗੱਲ ਕਰ ਲਈਏ, ਤਾਂ ਉਹ ਪ੍ਰੋਸੈਸ ਵੀ ਜਿਹੜਾ ਜਲਦੀ ਸ਼ੁਰੂ ਕੀਤਾ ਜਾਏਗਾ। 15 ਤੋਂ ਸ਼ੁਰੂ ਕਰਕੇ 15 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਏਗਾ, ਕਿਉਂਕਿ ਪਹਿਲਾਂ ਇੱਕ ਵਾਰ ਟਰਾਂਸਫਰ ਜਿਹੜੀ ਹੈਗੀ ਆ ਉਹ ਕੰਪਲੀਟ ਹੋ ਜਾਂਦੀ ਹੈ। ਜਦੋਂ ਦੂਸਰੇ ਗੇਟ ਦੀ ਟਰਾਂਸਫਰ ਕੰਪਲੀਟ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਪਹਿਲੇ ਗੇਟ ਦੇ ਨੂੰ ਤਾਂ ਸਟੇਸ਼ਨ ਜਿਹੜਾ ਅਲੋਟ ਕਰ ਹੀ ਦਿੱਤਾ ਗਿਆ। ਤਾਂ ਇੱਧਰੋਂ ਜਿਵੇਂ ਸਟੇਸ਼ਨ ਅਲੋਟ ਹੋ ਜਾਂਦੇ ਟਰਾਂਸਫਰ ਵਾਲਿਆਂ ਨੂੰ, ਉਹ ਆਪਣਾ ਜਿਹੜਾ ਸੀਟ ਹੈ ਉੱਥੋਂ ਵੇਕੈਂਟ ਹੋ ਜਾਂਦੀ ਹੈ ਉਹਨਾਂ ਦੀ, ਤਾਂ ਇੱਧਰੋਂ ਮਾਸਟਰ ਕੈਡਰ ਵਾਲਿਆਂ ਨੂੰ ਵੀ ਸਟੇਸ਼ਨ ਜਿਹੜਾ ਉਹ ਅਲੋਟ ਕਰ ਦਿੱਤਾ ਜਾਊਗਾ। ਤੇ ਸੀਗੀ ਜੀ ਸਟੇਸ਼ਨ ਅਲੋਟਮੈਂਟ ਦੇ ਰਿਗਾਰਡਿੰਗ ਗੱਲ। ਇਹਦੇ ਵਿੱਚ ਇੱਕ ਰਹਿ ਗਿਆ ਜੀ ਈਟੀਟੀ ਦੇ ਕੇਸ, ਕੋਰਟ ਕੇਸ ਦੀ ਵੀ, ਉਹਦਾ ਪ੍ਰੋਸੈਸ ਕਦੋਂ ਸ਼ੁਰੂ ਹੋਊਗਾ। ਦੇਖੋ ਈਟੀਟੀ ਦਾ ਜਿਹੜਾ ਕੋਰਟ ਕੇਸ ਹੈ ਜੀ, ਉਹਦੇ ਵਿੱਚ ਇੱਕ ਕੋਰਟ ਕੇਸ ਤਾਂ ਸੀਗਾ ਜੀ 5 ਨੰਬਰ ਵਾਲਾ 664 ਬੈਕਲੌਗ ਦੀਆਂ ਪੋਸਟਾਂ ਦੇ ਉੱਤੇ ਲੱਗਿਆ ਹੋਇਆ, ਜਿਹਦੀ ਪਹਿਲਾਂ ਡੇਟ ਸੀਗੀ 7 ਅਪ੍ਰੈਲ। 7 ਅਪ੍ਰੈਲ ਨੂੰ ਸੁਣਵਾਈ ਸੀ, ਲੇਕਿਨ ਉਸ ਦਿਨ ਜਿਹੜੀ ਆ ਓਫੀਸ਼ੀਅਲ ਵੈਬਸਾਈਟ ਹੈ ਉਹ ਵਰਕ ਨਹੀਂ ਕਰ ਰਹੀ ਉਸ ਦਿਨ ਤੋਂ ਹੀ। ਅਤੇ ਨੈਕਸਟ ਡੇਟ ਦਾ ਜਿਹੜਾ ਇੰਨਾ ਕਲੀਅਰ ਨਹੀਂ ਪਤਾ ਲੱਗਿਆ। ਹਾਂ ਜਿੱਥੋਂ ਵੀ ਸੁਣਨ ਨੂੰ ਮਿਲਿਆ ਸੀਗਾ ਜੀ ਉਹ ਇਹ ਸੀਗਾ ਕਿ 10 ਅਪ੍ਰੈਲ ਜਿਹੜੀ ਇਹਦੀ ਨੈਕਸਟ ਡੇਟ ਪੈ ਗਈ ਸੀ, ਲੇਕਿਨ ਓਫੀਸ਼ੀਅਲੀ ਕੁਝ ਪਤਾ ਨਹੀਂ ਹੈ। ਤਾਂ ਅਗਰ ਕਿਸੇ ਨੂੰ ਓਫੀਸ਼ੀਅਲੀ ਪਤਾ ਹੈ ਵੀ ਇਹਦੀ ਨੈਕਸਟ ਡੇਟ ਕੀ ਹੈਗੀ ਹੈ ਤਾਂ ਉਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦਾ। ਅਤੇ ਦੂਸਰਾ ਜਿਹੜਾ ਇਹਦਾ ਕੇਸ ਹੈਗਾ ਜੀ, ਇਹਦੇ ਵਿੱਚ ਇਹਦੇ ਵਿੱਚ ਜਿਹੜੇ PS ਟੈਟ 1 ਜਿਨ੍ਹਾਂ ਦਾ ਕਲੀਅਰ ਨਹੀਂ ਹੈਗਾ, PS ਟੈਟ 1 ਜਿਨ੍ਹਾਂ ਦਾ ਅਸੈਂਸ਼ੀਅਲ ਕੁਆਲੀਫਿਕੇਸ਼ਨ ਵਾਲਾ ਜੋ ਵਿੱਚ ਲਿਖਿਆ ਹੋਇਆ ਕਿ ਹੋਣੀ ਚਾਹੀਦੀ ਹੈ ਹਰ ਹਾਲ PS ਟੈਟ 1 ਕਲੀਅਰ ਹੋਣਾ ਚਾਹੀਦਾ, ਉਹ ਜਿਨ੍ਹਾਂ ਦਾ ਨਹੀਂ ਹੈਗਾ ਉਹਨਾਂ ਨੂੰ ਬਾਹਰ ਕਰਨ ਦੇ ਰਿਲੇਟਡ ਜਿਹੜਾ ਕੇਸ ਲੱਗਿਆ ਹੋਇਆ ਜੀ, ਕੇਸ ਚੱਲ ਰਿਹਾ। ਅਤੇ ਉਹਦੀ ਜਿਹੜੀ ਡੇਟ ਹੈਗੀ ਆ ਉਹ ਡੇਟ ਜਿਹੜੀ 30 ਅਪ੍ਰੈਲ ਪਈ ਹੋਈ ਹੈ ਜੀ। ਆਪਾਂ ਨੂੰ ਪਤਾ ਹੀ ਹੈ 30 ਅਪ੍ਰੈਲ ਜਿਹੜੀ ਉਹਦੀ ਡੇਟ ਹੈਗੀ ਹੈ, 30 ਅਪ੍ਰੈਲ ਨੂੰ ਸੁਣਵਾਈ ਹੋਏਗੀ ਅਤੇ ਉਸ ਦਿਨ ਹੀ ਉਹਦਾ ਕਲੀਅਰ ਹੋਏਗਾ। ਹਾਂ ਉਸ ਤੋਂ ਬਾਅਦ ਐਨਟੀਟੀ ਵਾਲਿਆਂ ਦੀ ਗੱਲ ਕਰ ਲਈਏ ਤਾਂ ਐਨਟੀਟੀ ਵਾਲਿਆਂ ਦਾ ਕੇਸ ਲੱਗਿਆ ਹੋਇਆ ਸੀਗਾ ਕਿ ਐਨਟੀਟੀ ਦੇ ਵਿੱਚ ਈਟੀਟੀ ਅਤੇ BEd ਵਾਲਿਆਂ ਨੂੰ ਜਿਹੜਾ ਅਪਲਾਈ ਕਰਨ ਲਈ ਕਿਹਾ ਜਾਵੇ, ਅਲੋ ਕੀਤਾ ਜਾਵੇ। ਤਾਂ ਉਹਦੇ ਵਿੱਚ ਜਿਹੜੀ ਜਿਨ੍ਹਾਂ ਨੇ ਤਾਂ ਪਟੀਸ਼ਨ ਲਗਾਈ ਸੀ ਉਹਨਾਂ ਨੂੰ ਤਾਂ ਪਹਿਲਾਂ ਹੀ ਅਲੋ ਕਰਤਾ ਸੀਗਾ ਕਿ ਸਿਰਫ ਜਿਨ੍ਹਾਂ ਨੇ ਪਟੀਸ਼ਨ ਲਗਾਈ ਹੈ ਉਹ ਅਪਲਾਈ ਕਰ ਸਕਦੇ ਹਨ, ਅਤੇ ਉਹਨਾਂ ਨੇ ਅਪਲਾਈ ਕਰ ਵੀ ਦਿੱਤਾ ਸੀ। ਲੇਕਿਨ ਉਸ ਤੋਂ ਬਾਅਦ ਸੀਗਾ ਕਿ ਸਭ ਨੂੰ ਹੀ ਅਪਲਾਈ ਕਰਨ ਲਈ ਅਲੋ ਕੀਤਾ ਜਾਵੇ, ਉਹਦੇ ਰਿਗਾਰਡਿੰਗ ਕੇਸ ਲੱਗਿਆ ਹੋਇਆ ਸੀ। ਉਹਦੀ ਡੇਟ ਜਿਹੜੀ ਹੈਗੀ ਆ ਪਹਿਲਾਂ ਸੀਗੀ ਜੀ, ਪਹਿਲਾਂ ਕੇਸ ਰਿਜ਼ਰਵ ਕਰ ਲਿਆ ਸੀਗਾ, ਫਿਰ ਸੁਣਵਾਈ ਹੋਈ ਅਤੇ ਹੁਣ ਸੁਣਵਾਈ ਤੋਂ ਬਾਅਦ ਉਹਦੀ ਜਿਹੜੀ ਡੇਟ ਹੈ ਉਹ 30 ਅਪ੍ਰੈਲ ਕਰ ਦਿੱਤੀ ਗਈ ਹੈ। ਵੀਡੀਓ ਸਾਰੀਆਂ ਆਪਾਂ ਕੋਰਟ ਕੇਸ ਦੀ ਜਿਵੇਂ ਡਿਸੀਜਨ ਆਉਂਦੇ ਆ ਨਾਲ ਦੀ ਨਾਲ ਆਪਾਂ ਬਣਾ ਕੇ ਆਪਣੇ ਚੈਨਲ 'ਤੇ ਅਪਲੋਡ ਕਰਦੇ ਰਹਿੰਦੇ ਹਾਂ। ਬਣੀਆਂ ਹੋਈਆਂ ਨੇ ਵੀਡੀਓਜ਼, ਲਿੰਕ ਤੁਹਾਨੂੰ ਆਈ ਬਟਨ 'ਤੇ ਕਲਿੱਕ ਕਰਕੇ ਮਿਲ ਜਾਣਗੇ। ਵੀਡੀਓਜ਼ ਨੂੰ ਤੁਸੀਂ ਦੇਖ ਵੀ ਸਕਦੇ ਹੋ। ਤਾਂ 30 ਅਪ੍ਰੈਲ ਜਿਹੜੀ ਉਹਦੀ ਲਾਸਟ ਡੇਟ ਪਈ ਹੋਈ ਹੈ ਜੀ। ਹੁਣ ਨੈਕਸਟ ਡੇਟ ਹੈਗੀ ਆ, ਦੇਖੋ 30 ਅਪ੍ਰੈਲ ਨੂੰ ਕੀ ਸੁਣਵਾਈ ਹੁੰਦੀ ਹੈਗੀ। ਅਤੇ ਇਹ ਸੀਗੀਆਂ ਜੀ ਕੋਰਟ ਕੇਸ ਦੇ ਰਿਗਾਰਡਿੰਗ ਐਨਟੀਟੀ ਅਤੇ ਈਟੀਟੀ ਦੇ ਕੋਰਟ ਕੇਸ ਦੇ ਰਿਗਾਰਡਿੰਗ। ਈਟੀਟੀ ਦਾ ਜਿਹੜਾ ਪ੍ਰੋਸੈਸ ਹੈਗਾ ਜੀ ਉਹ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਮਾਸਟਰ ਕੈਡਰ ਦੀ ਜਦੋਂ ਸਟੇਸ਼ਨ ਅਲੋਟ ਹੋ ਜਾਣਗੇ 15 ਤੱਕ, ਤਾਂ ਉਦੋਂ ਮਗਰੋਂ ਜਿਹੜਾ ਹੈ ਇਹ ਈਟੀਟੀ ਦਾ ਪ੍ਰੋਸੈਸ ਜਿਹੜਾ ਸ਼ੁਰੂ ਹੋ ਸਕਦਾ। ਤਦ ਤੱਕ ਜਿਹੜਾ ਹੈ ਮੇਬੀ 5 ਨੰਬਰ ਵਾਲਾ ਜਿਹੜਾ ਕੇਸ ਹੈ ਉਹਦਾ ਵੀ ਹੱਲ ਹੋ ਜਾਵੇ, ਅਤੇ ਜਿੱਥੇ ਤੱਕ ਉਮੀਦ ਹੈ ਵੀ 15 ਅਪ੍ਰੈਲ ਤੋਂ ਬਾਅਦ ਇਹਦਾ ਜਿਹੜਾ ਪ੍ਰੋਸੈਸ ਹੈ ਉਹ ਰਿਜ਼ਿਊਮ ਹੋ ਸਕਦਾ। ਅਤੇ ਸੀਗੀ ਜੀ ਇਨਫੋਰਮੇਸ਼ਨ ਸਾਰਿਆਂ ਦੇ ਰਿਗਾਰਡਿੰਗ। ਜੇ ਫਿਰ ਵੀ ਤੁਹਾਡਾ ਕੋਈ ਡਾਊਟ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ। ਆਪਾਂ ਤੁਹਾਡਾ ਹਰ ਇੱਕ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਅਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।